ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਗੁਰ ਆਪ ਤਹਾਂ ਚੱਲ ਆਈ, ਵੇਖੈ ਤਮਾਸ਼ੋ ਕਛ ਨ ਅਲਾਈ। ਸ਼੍ਰੀ ਗੁਰ ਆਪ ਤਹਾਂ ਚੱਲ ਆਈ, ਵੇਖੈ ਤਮਾਸ਼ੋ ਕਛ ਨ ਅਲਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਕਿਰਤ ਪੂਰਬ ਪਾਪ ਮਿਟੇ ਸਭੀ, ਹਰ ਕੇ ਦਲ ਹੋਏ ਸਵੈ ਖਿਨ ਨਾਸੀ। ਇਤ ਮਾਨਵ ਦੇ ਤਰੀ ਜਗ ਮੈਂ, ਭਰਪੂਰ ਨਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪਰਗਾਸੀ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ, ਸਾਂਝੇ ਰਹਿਬਰ, ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਸਰਵਗੰਤਰ ਜਾਮੀ ਸਤਿਗੁਰੂ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦਿਆਂ ਇੱਕ ਇਹੋ ਜਿਹੇ ਇਲਾਕੇ ਦੇ ਵਿੱਚ ਪਹੁੰਚੇ। ਉੱਥੋਂ ਦੀ ਰਹੁ ਰੀਤੀ ਦੇਖਦਿਆਂ ਹੋਇਆਂ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਣ ਲੱਗ ਪਏ ਵੀ ਕੈਸੇ ਤਮਾਸ਼ਗੀਨ ਲੋਕ ਰਹਿੰਦੇ ਨੇ ਇਸ ਥਾਂ ਦੇ ਉੱਪਰ। ਜਦੋਂ ਗੁਰੂ ਬਾਬਾ ਜੀ ਦੇ ਪਾਸ ਚੱਲ ਕਰਕੇ ਪਹੁੰਚੇ, ਪੁੱਛਿਆ ਵੀ ਇਹ ਤੁਹਾਡਾ ਜਦੋਂ ਕੋਈ ਬੱਚਾ ਪੈਦਾ ਹੋ ਜਾਏ ਪਰਿਵਾਰ 'ਚ, ਫਿਰ ਤਾਂ ਤੁਸੀਂ ਸਾਰੇ ਰਲ ਮਿਲ ਕਰਕੇ ਉੱਚੀ ਉੱਚੀ ਰੋਦਨ ਬਿਰਲਾਪ ਕਰਨ ਲੱਗ ਜਾਂਦੇ ਹੋ। ਅਗਰ ਕੋਈ ਪ੍ਰਾਣੀ ਆਪਣੀ ਆਜੂ ਭੋਗ ਕੇ ਮਰ ਗਿਆ, ਉਦੋਂ ਤੁਹਾਡੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ, ਬੜੇ ਚਾਅ ਕਿਉਂ ਪੈਦਾ ਹੁੰਦੇ ਹਨ? ਕਿਉਂ ਜੀ ਵਿਚਾਰਧਾਰਾ ਤੁਸੀਂ ਆਪਣੇ ਮਨ ਦੇ ਵਿੱਚ ਧਾਰਨ ਕੀਤੀ ਹੋਈ ਹੈ? ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਇਸ ਇਲਾਕੇ ਨੂੰ ਤਿੱਬਤ ਔਰ ਨੇਪਾਲ ਦਾ ਜਿਹੜਾ ਦੇਸ਼ ਲਿਖਿਆ ਹੋਇਆ ਹੈ। ਉਹ ਕਹਿਣ ਲੱਗੇ ਮਹਾਰਾਜ ਵੀ ਸਾਡੇ ਦੇਸ਼ ਦੇ ਅੰਦਰ ਪਹਿਲਾਂ ਤੋਂ ਹੀ ਵੱਡੇ ਵਡੇਰਿਆਂ ਦੇ ਜਿਵੇਂ ਉਹਨਾਂ ਦੀਆਂ ਵਿਚਾਰਾਂ ਅਸੀਂ ਸੁਣੀਆਂ, ਉਸੇ ਤਰ੍ਹਾਂ ਧਾਰਨ ਕਰ ਲਈ ਅੱਗੇ ਤੋਂ ਅੱਗੇ। ਪੀੜ੍ਹੀ ਦਰ ਪੀੜ੍ਹੀ ਜੋ ਵੀ ਇੱਥੇ ਪੈਦਾ ਹੋਣ ਵਾਲੇ ਵੀ ਅਸੀਂ ਇਹ ਸੋਚਦੇ ਹਾਂ
ਜਦੋਂ ਕੋਈ ਜੰਮ ਪਿਆ ਉਸ ਸਮੇਂ ਦਿਲ ਨੇ ਵੀ ਇਹਦਾ ਈਸ਼ਵਰ ਤੋਂ ਪੈ ਗਿਆ ਵਿਛੋੜਾ। ਵਿਛੜ ਕਰਕੇ ਹੁਣ ਇਹਨੇ ਸਾਰੀ ਉਮਰ ਦੁੱਖ ਹੀ ਪਾਉਂਦੇ ਰਹਿਣਾ ਨਾ। ਜਦੋਂ ਕੋਈ ਮਿਲ ਗਿਆ ਸਾਡੇ ਪਰਿਵਾਰਾਂ 'ਚ ਫਿਰ ਅਸੀਂ ਸੋਚ ਲੈਂਦੇ ਵੀ ਇਹ ਹੁਣ ਪਰਮਾਤਮਾ ਦੇ ਵਿੱਚ ਜਾ ਕਰਕੇ ਮਿਲ ਜਾਓ, ਇਹਨੇ ਬੜੇ ਸੁੱਖ ਪ੍ਰਾਪਤ ਕਰ ਲੈਣੇ ਹਨ। ਬਸ ਇਹਨਾਂ ਦੋ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਦੋਂ ਕੋਈ ਬੱਚਾ ਪੈਦਾ ਹੋ ਗਿਆ ਫਿਰ ਹੁੰਦੇ ਨੇ ਸਾਰੀ ਮਨ ਦੇ ਵਿੱਚ ਦੁਖੀ। ਜਦੋਂ ਕੋਈ ਮਰ ਗਿਆ ਫਿਰ ਉਹਨੂੰ ਦੇਖ ਕਰਕੇ ਖੁਸ਼ ਹੋਣ ਲੱਗ ਪੈਂਦੇ ਹਨ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦਰਅਸਲ ਇਹ ਤਾਂ ਤੁਹਾਡਾ ਇੱਕ ਐਵੇਂ ਭੁਲੇਖਾ ਹੈ, ਮਨ ਦੇ ਅੰਦਰ ਤੁਹਾਡਾ ਸੰਸਾ ਭਰਿਆ ਹੋਇਆ ਹੈ। ਜਿਹੜਾ ਤੁਸੀਂ ਕਹਿੰਦੇ ਹੋ ਵਾਹਿਗੁਰੂ ਦੇ ਨਾਲ ਮਿਲਣਾ ਤੇ ਬੜੀ ਕਠਿਨ ਬਾਤ ਹੈ ਨਾ। ਰਿਸ਼ੀ ਮੁਨੀ ਵਿਚਾਰੇ ਕਿਵੇਂ ਰੋਈਆਂ ਬਿਆਵਾਨਾਂ 'ਚ ਭੁੱਖਿਆਂ ਤੇ ਆਇਆ ਰਹਿ ਕੇ ਸਾਧਨ ਕਰਦੇ ਹਨ, ਪਰ ਫਿਰ ਵੀ ਉਹਨਾਂ ਦਾ ਕਦੇ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ। ਤੁਸੀਂ ਇਹਨੇ ਬਸ ਮਰੇ ਤੋਂ ਜਾ ਕੇ ਇਹਨੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਣਾ। ਗੁਰੂ ਬਾਬਾ ਜੀ ਨੇ ਉਹ ਜਿਹਾ ਉਪਦੇਸ਼ ਬਖਸ਼ਿਆ। ਇਹਨਾਂ ਦੇ ਚਿੱਤ ਦੇ ਅੰਦਰ ਦੋ ਵੀ ਸਦੀਆਂ ਤੋਂ ਬੈਠੇ ਹੋਏ ਪਰੰਪਰਾ ਸਾਰੇ ਦੌਰ ਕਰ ਦਿੱਤੇ ਸਨ। ਇਸ ਥਾਂ ਤੋਂ ਵਿਦਾ ਹੋ ਕੇ ਅੱਗੇ ਗੁਰੂ ਬਾਬਾ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਜਿਹੜਾ ਹੈ ਬੰਗਾਲ ਦਾ ਇਲਾਕਾ, ਇੱਥੇ ਜ਼ਿਆਦਾਤਰ ਲੋਕੀ ਚੰਡੀ ਦੀ ਗੌਰਜਾ ਦੀ ਬੜੇ ਲੰਮੇ ਸਮੇਂ ਤੋਂ ਪੂਜਾ ਕਰਦੇ ਆ ਰਹੇ ਨੇ। ਹੋਰ ਤਾਂ ਕਹਿਣਾ ਕੀ ਹੈ, ਜਿਹੜਾ ਸੀ ਇੱਥੋਂ ਦਾ ਬਾਦਸ਼ਾਹ ਉਹਨੇ ਵੀ ਜਾ ਕਰਕੇ ਗੌਰਜਾਂ ਦੇ ਅੱਗੇ ਡੰਡੌਤਾ ਕਰਨੀ ਆ। ਜਿੱਥੇ ਰਾਜਾ ਆ ਗਿਆ ਪਬਲਿਕ ਨੇ ਤਾਂ ਆਪਣੇ ਆਪ ਹੀ ਉੱਥੇ ਫਿਰ ਹਾਜ਼ਰ ਹੋਣ ਲੱਗ ਜਾਣਾ। ਇਸ ਦਿਨ ਗੌਰਜਾਂ ਦੇ ਭਵਨ ਦੇ ਵਿੱਚ ਬਹੁਤ ਵੱਡਾ ਕੁਦਰਤੀ ਤੌਰ 'ਤੇ ਮੇਲਾ ਭਰਨਾ ਸੀ। ਮਹਾਰਾਜ ਨੇ ਇਹਨਾਂ ਨੂੰ ਸ਼ੁਭ ਉਪਦੇਸ਼ ਬਖਸ਼ਣ ਦੇ ਲਈ ਆਪਣਾ ਡੇਰਾ ਰਾਜੇ ਲਗਾ ਲਿਆ। ਜਦੋਂ ਰਾਜੇ ਦੀ ਅਮੀਰਾਂ ਵਜ਼ੀਰਾਂ ਦੀ ਨਿਗਾਹ ਪਈ, ਦੀਨ ਦੁਨੀਆ ਦੇ ਮਾਲਕ ਗੁਰੂ ਬਾਬਾ ਜੀ ਦੇ ਉੱਪਰ ਦੇ ਲਿਆ ਵੀ ਤਾਂ ਕਿਸੇ ਹੋਰ ਇਲਾਕੇ 'ਚੋਂ ਆਏ ਹੋਏ ਪ੍ਰਾਣੀ ਭੱਸਦੇ ਹਨ। ਕਹਿਣ ਰਾਜਾ ਖੁਸ਼ ਹੋ ਗਿਆ ਵੀ ਅੱਜ ਆਪਾਂ ਇਹਨਾਂ ਦੀ ਬਲੀ ਦੇ ਕੇ ਚੰਡੀ ਦੀ ਔਰ ਗੌਰਜਾਂ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕਰ ਲੈਣੀਆਂ ਹਨ। ਭਾਈ ਬਾਲਾ ਜੀ ਇਹ ਸਾਰੀ ਕਥਾ ਸੁਣਦੇ ਹੋਇਆ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ ਵੀ ਆ ਕਰਕੇ ਇਹਨਾਂ ਨੇ ਮੈਨੂੰ ਪਕੜ ਲਿਆ ਤਿੰਨਾਂ 'ਚੋਂ। ਜਦੋਂ ਲੈ ਗਏ ਗੌਰਜਾ ਦੇ ਭਵਨ ਦੇ ਵਿੱਚ, ਰਾਜ ਮਰਦਾਨਾ ਜੀ ਬੜੇ ਡਰਨ ਲੱਗੇ ਵੀ ਹੁਣ ਤਾਂ ਬਸ ਮੰਦਰ ਦੇ ਵਿੱਚ ਜਾਣ ਦੀ ਦੇਰ ਹੈ ਨਾ। ਉਸੇ ਵਕਤ ਭਾਈ ਬਾਲਾ ਜੀ ਦਾ ਜਿਹੜਾ ਸੀਸ ਇਹਨਾਂ ਨੇ ਧਰ ਤੋਂ ਅਲੱਗਾ ਕਰਕੇ ਦੇਵੀ ਦੇ ਅੱਗੇ ਪਾਸੇ ਬਲੀ ਚਾੜ ਦੇਣੀ ਹੈ। ਚਲਦਿਆਂ ਚਲਦਿਆਂ ਰਾਜੇ ਦੇ ਸਮੇਤ ਬਹੁਤ ਵੱਡਾ ਜਿਹੜਾ ਕਾਫਲਾ ਲੋਕਾਂ ਦਾ ਇਕੱਠਿਆ ਹੋਇਆ ਉਸ ਭਵਨ ਦੇ ਬਿਲਕੁਲ ਨੇੜੇ ਪਹੁੰਚ ਗਏ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ।
ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਗੁਰੂ ਜੀ। ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰ ਆਪ ਤਹਾਂ ਚੱਲ ਆਈ। ਦੇਨਾ ਦੁਨੀਆ ਦੇ ਮਾਲਕ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਲਦਿਆਂ ਨਾ ਉਹਨਾਂ ਦੇ ਨਾਲ ਹੀ ਉਸ ਬਹੁਤ ਵੱਡੇ ਭਵਨ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਵੇਖੈ ਤਮਾਸ਼ੋ ਕਛ ਨਾ ਲਾਈ। ਸਤਿਗੁਰੂ ਜੀ ਨੇ ਕੋਈ ਰਾਤੇ ਦੇ ਵਿੱਚ ਬਚਨ ਬਲਾਤਾ ਕੀਤਾ ਨਹੀਂ, ਭਾਈ ਤੁਸੀਂ ਆ ਸਾਡਾ ਸੇਵਕ ਦਾਸ ਬਿਨਾ ਕਸੂਰ ਤੋਂ ਕਿਉਂ ਪਕੜ ਲਿਆ। ਕੋਈ ਵੀ ਐਸਾ ਗੁਰੂ ਬਾਬਾ ਜੀ ਨੇ ਜਾਂਦਿਆਂ ਆਪਣੀ ਰਸਨਾ ਤੋਂ ਬਚਨ ਨਹੀਂ ਕੀਤਾ। ਜਬ ਗੇ ਦੁਰਗਾ ਕੀਰ ਅਗਾਰੀ। ਹੁਣ ਬੜੀ ਭੀੜ ਦੇ ਸਹਿਤ ਚਲਦਿਆਂ ਦੁਰਗਾ ਦੇ ਮੰਦਰ ਦੇ ਵਿੱਚ ਸਾਰੇ ਪਹੁੰਚ ਗਏ ਹਨ। ਤਬ ਅਬਨੇਸ਼ਵਰ ਗਿਰਾ ਉਚਾਰੀ। ਉਸ ਸਮੇਂ ਜਿਹੜਾ ਬਾਦਸ਼ਾਹ ਇਸ ਇਲਾਕੇ ਦਾ ਜਿਹਦੀ ਹੁਣ ਭਾਵਨਾ ਹੀ ਦੁਰਗਾ ਗੌਰਜਾ ਦੇਵੀ ਦੇ ਉੱਪਰ ਬਣੀ ਹੋਈ ਹੈ ਬੜੇ ਲੰਮੇ ਸਮੇਂ ਤੋਂ, ਉਸ ਸਮੇਂ ਆਪ ਦੋਵੇਂ ਹੱਥ ਜੋੜ ਕਰਕੇ ਕਹਿਣ ਲੱਗਿਆ ਕਿਸ ਮਾਨਵ ਕੋ ਭੇਟ ਚੜੀਜੈ। ਕਹਿਣ ਲੱਗਿਆ ਵੀ ਆਹ ਜਿਹੜਾ ਪ੍ਰਾਣੀ ਆਪਾਂ ਨੇ ਰਾਹ ਦੇ ਵਿੱਚੋਂ ਪਕੜ ਕਰਕੇ ਲਿਆਂਦਾ ਹੈ, ਅੱਜ ਆਪਾਂ ਨੇ ਇਹਦੀ ਜਿਹੜੀ ਬਲੀ ਬਸ ਮਾਤਾ ਦੇ ਭਵਨ ਦੇ ਵਿੱਚ ਜਾ ਕਰਕੇ ਚਾੜ ਦੇਣੀ ਹੈ। ਵਰਦਾਨੀ ਸੋ ਪ੍ਰਸੰਨ ਕਰੀਜੈ। ਉਸ ਸਮੇਂ ਜਦੋਂ ਬਲੀ ਦੇ ਦਿੱਤੀ ਗੌਰਜਾ ਮਾਤਾ ਨੇ ਆਪਣੇ ਉੱਪਰ ਬੜਾ ਪ੍ਰਸੰਨ ਹੋ ਜਾਣਾ। ਭੀਰ ਭੋਰ ਭੀ ਭਵਨਾ ਗਾਰੀ। ਇਹ ਦੇ ਕਰਕੇ ਬਹੁਤ ਜ਼ਿਆਦਾ ਭੀੜ ਚਾਰੇ ਪਾਸਿਆਂ ਤੋਂ ਹੀ ਉਸ ਭਵਨ ਦੇ ਵਿੱਚ ਇਕੱਤਰ ਹੋ ਗਈ ਹੈ। ਕੌਤਕ ਅਬਲੋਕਤ ਨਰ ਨਾਰੀ। ਹੁਣ जगत की पैदा चाल चलते के पीछे चले, ये गल सुन करके और भी बड़ी दुनिया आले दालियां तो चल के और राजे दे पास पहुंच गई है। ਖੈਂਚ ਲਈ ਇੱਕ ਮਨੁਜ ਕਿਰਪਾਨਾ। एक नौकर ने बादशाह दा सुन करके हुक्म बड़ी जड़ी फौलादी लोहे दी तलवार ਉਹਨੇ ਆਪਣੇ ਮਿਆਨ ਦੇ ਵਿੱਚੋਂ ਖਿੱਚ ਲਈ ਹੈ। ਚਮਕੀ ਦੀਖ ਡਰਿਓ ਮਰਦਾਨਾ। ਭਾਈ ਮਰਦਾਨਾ ਜੀ ਬੜਾ ਡਰਨ ਲੱਗੇ ਵੀ ਇਹ ਤਾਂ ਫੌਲਾਦੀ ਲੋਹੇ ਦੀ ਸ੍ਰੀ ਸਾਹਿਬ ਬਿਜਲੀ ਦੇ ਸਮਾਨ ਚਮਕਦੀ ਹੈ, ਜਿਹਦੀ ਧਾਰਾ ਰਾਜੇ ਨੇ ਪਹਿਲਾਂ ਹੀ ਬਹੁਤ ਤਿੱਖੀ ਕੀਤੀ ਹੋਈ ਸੀ। ਸੰਗ ਰਹਿਣ ਬਾਰੋ ਪ੍ਰਭ ਤੇਰੀ। ਉਸ ਸਮੇਂ ਗੁਰੂ ਬਾਬਾ ਜੀ ਦੇ ਅੱਗੇ ਬਾਰ-ਬਾਰ ਬੇਨਤੀਆਂ ਕਰਨ ਲੱਗੇ, ਸੱਚੇ ਪਾਤਸ਼ਾਹ ਰੱਖਿਆ ਕਰੋ। ਭਾਈ ਬਾਲਾ ਜੀ ਤਾਂ ਆਪਦੇ ਚਰਨਾਂ ਦੇ ਵਿੱਚ ਰਹਿ ਕਰਕੇ ਬੜੀ ਸੇਵਾ ਕਰਨ ਵਾਲਿਆਂ ਨੇ ਦੇਰੀ ਕਾਹਦੇ ਵਾਸਤੇ ਕਰਤੀ। ਕਿਤਨਾ ਟਾਈਮ ਹੋ ਗਿਆ ਆਪਦੇ ਪਾਸ ਭਾਈ ਬਾਲਾ ਜੀ ਨੂੰ ਸੇਵਾ ਕਰਦੇ ਹੋਏ ਆ। ਰੱਖਿਆ ਆਪ ਕਰੋ ਇਸ ਬੇਰੀ। ਹੁਣ ਇਹੋ ਜਿਹੇ ਮੌਕੇ ਤੇ ਜੇ ਆਪ ਨਹੀਂ ਛਡਾਓਗੇ ਹੋਰ ਫਿਰ ਇਹਨੂੰ ਸੱਚੇ ਪਾਤਸ਼ਾਹ ਕਿਹੜਾ ਕਰਕੇ ਬਚਾ ਸਕਦਾ ਹੈ। ਤੇ ਛਿਨ ਕ੍ਰੋਧ ਕਾਲਕਾ ਕੜਕੀ। ਇਹ ਦੇ ਕਰਕੇ ਜਿਹੜੀ ਕਾਲਕ ਹੈ ਚੰਡੀ ਹੈ ਗੌਰਜਾਂ ਬੜੇ ਕ੍ਰੋਧ ਦੇ ਸਹਿਤ ਗੈਬੀ ਆਵਾਜ਼ ਦੁਆਰਾ ਉਸ ਭਵਨ ਦੇ ਵਿੱਚ ਕੜਕਣ ਲੱਗ ਪਈ ਹੈ। ਭੀਰ ਭੋਰ ਮੇਲੇ ਕੀ ਭੜਕੀ। ਉਹ ਸਮੇਂ ਜਿਹੜੀ ਭੀੜ ਉਹ ਵੀ ਬੜੀ ਭੜਕ ਚੁੱਕੀ ਸੀ। ਪ੍ਰਗਟੀ ਚੰਡ ਪ੍ਰਚੰਡ ਭਿਆਨਾ। ਉਸ ਭਵਨ ਦੇ ਵਿੱਚੋਂ ਬੜੀ ਤਿੱਖੇ ਤੇਜ ਵਾਲੀ ਚੰਡੀ ਪ੍ਰਗਟ ਹੋ ਗਈ ਹੈ। ਤੇ ਨਰ ਕਰਤੇ ਛੇਨ ਕਿਰਪਾਨਾ। ਹੁਣ ਜਿਹੜਾ ਬਾਦਸ਼ਾਹ ਦਾ ਨੌਕਰ ਫੌਲਾਦੀ ਲੋਹੇ ਦੀ ਤਲਵਾਰ ਪਕੜ ਕਰਕੇ ਨਾ ਆਪਣੇ ਹੱਥ ਦੇ ਵਿੱਚ ਭਾਈ ਬਾਲਾ ਜੀ ਦੇ ਉੱਪਰ ਆਪਣਾ ਜੇ ਬਾਰੇ ਕਰਨ ਲੱਗਿਆ ਸੀ। ਹੁਣ ਸਾਰ ਗੌਰਜਾ ਨੇ ਕਾਲਕਾ ਨੇ ਉਹਦੇ ਹੱਥ ਦੇ ਵਿੱਚੋਂ ਉਹ ਕਿਰਪਾਨ ਖੋਹ ਲਈ ਹੈ। ਉਤੋਂ ਨਰੇਸ਼ ਠਾਂਡ ਜਿਹ ਠਾਈ। ਜਿੱਥੇ ਆਪ
ਦੁਆਟ ਪਾਪੀ ਹੈ ਰਾਜਾ ਉਸ ਭਵਨ ਦੇ ਵਿੱਚ ਹੀ ਸਾਰਿਆਂ ਦੇ ਸਾਹਮਣੇ ਖੜਾ ਹੈ। ਜਾਏ ਤਹਾਂ ਕੇ ਠਾਨ ਕੰਠ ਲਗਾਈ। ਹੁਣ ਲੈ ਕਰਕੇ ਉਹ ਜਿਹੜੀ ਤਲਵਾਰ ਕਾਲਕਾ ਨੇ ਚੰਡੀ ਨੇ ਫਿਰ ਰਾਜੇ ਦੀ ਗਰਦਨ ਦੇ ਉੱਪਰ ਰੱਖ ਲਈ ਹੈ। ਤਤ ਛਿਨ ਧਰਤੀ ਸਿਰ ਗਿਰ ਪਰਿਆ। ਬਸ ਵਾਰ ਕਰਨ ਦੀ ਦੇਰ ਸੀ, ਨਾਲ ਦੀ ਨਾਲ ਜਿਵੇਂ ਖਰਬੂਜਾ ਬੈਲ ਦੇ ਨਾਲ ਲਾਲਾ ਟੁੱਟ ਕਰਕੇ ਗਿਰ ਪੈਂਦਾ ਹੈ, ਉਸੇ ਵਕਤ ਬਾਦਸ਼ਾਹ ਦਾ ਜਿਹੜਾ ਸਿਰ ਸਾਰਿਆਂ ਦੇ ਸਾਹਮਣੇ ਹੀ ਧਰਤੀ ਦੇ ਉੱਪਰ ਗਿਰ ਪਿਆ ਸੀ। ਜਨ ਸ਼ਾਖਾ ਤੇ ਫਲ ਕਿਨ ਹਰਿਆ। ਇਹੋ ਲੱਗਦਾ ਸੀ ਵੀ ਜਿਵੇਂ ਪੱਕਾ ਫਲ ਕਿਸੇ ਨੇ ਟਾਹਣੀ ਦੇ ਨਾਲ ਤੋੜ ਕੇ ਥੱਲੇ ਸੁੱਟ ਦਿੱਤਾ ਹੈ। ਸਰਾਉਣਤ ਚਲਿਓ ਗਿਰਿਓ ਨਿਰਪ ਧਰਨੀ। ਹੁਣ ਜਦੋਂ ਗਰਦਨੇ ਕੱਟੀ ਗਈ, ਵੱਡੀਆਂ ਵੱਡੀਆਂ ਖੂਨ ਦੀਆਂ ਧਾਰਾਂ ਉਹਦੇ ਸਰੀਰ ਦੇ ਵਿੱਚੋਂ ਵਗਣ ਲੱਗ ਪਈਆਂ। ਦੇਖ ਕੇ ਪਬਲਿਕ ਮਨ ਦੇ ਵਿੱਚ ਬੜਾ ਹੈਰਾਨ ਹੋ ਗਈ, ਆ ਵੀ ਕੀ ਕੌਤਕ ਵਰਤ ਗਿਆ ਸਾਰਿਆਂ ਦੇ ਸਾਹਮਣੇ ਹੀ। ਭਾਗੇ ਲੋਕ ਪਿਖਤ ਯਸ ਕਰਨੀ। ਇਹੋ ਜਿਹਾ ਭਿਆਨਕ ਰੂਪ ਦੇ ਕਰਕੇ ਗੌਰਜਾਂ ਦਾ ਚੰਡੀ ਦਾ ਸਾਰੀ ਜਿਹੜੀ ਭੀੜ ਉਸ ਭਵਨ ਤੋਂ ਦੌੜ ਕਰਕੇ ਬਾਹਰ ਨਿਕਲ ਗਈ। ਰਹਿਓ ਨਾ ਕੋ ਨਰ ਤੇ ਥਾਨਾ। ਡਰਦਾ ਮਾਰਿਆ ਇੱਕ ਵੀ ਪ੍ਰਾਣੀ ਉਸ ਮੰਦਰ ਦੇ ਵਿੱਚ ਠਹਿਰ ਨਹੀਂ ਸਕਿਆ। ਜਿੱਧਰ ਵੀ ਕਿਸੇ ਦਾ ਮੂੰਹ ਆਇਆ ਉਸ ਦਿਸ਼ਾ ਦੇ ਵਾਲੀ ਦੌੜੇ ਜਾ ਰਹੇ ਹਨ। ਤੀਨੋਂ ਮੈਂ ਸ੍ਰੀ ਗੁਰ ਮਰਦਾਨਾ। ਭਾਈ ਬਾਲਾ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਗਰੀਬ ਨਿਵਾਸ ਦੇ ਦਿਆਂ ਉਹ ਮੰਦਰ ਹੀ ਇਤਨੀ ਵੱਡੀ ਪਹਾੜੀ ਭੀੜ ਤੋਂ ਖਾਲੀ ਹੋ ਗਿਆ। ਇੱਕ ਮੈਂ ਗੁਰੂ ਬਾਬਾ ਜੀ ਤੇ ਤੀਜੇ ਭਾਈ ਮਰਦਾਨਾ ਜੀ ਉੱਥੇ ਖੜੇ ਰਹਿ ਗਏ। ਬਾਕੀ ਕੋਈ ਵੀ ਮੰਦਰ ਦੇ ਵਿੱਚ ਪ੍ਰਾਣੀ ਨਜ਼ਰ ਨਹੀਂ ਆਉਂਦਾ। ਤੇ ਛਿਨ ਸ੍ਰੀ ਚੰਡੀ ਕੇ ਸਾਥਾ। ਉਹ ਸਮੇਂ ਹੁਣ ਗੁਰੂ ਬਾਬਾ ਜੀ ਦੇ ਹੁਕਮ ਦੇ ਵਿੱਚ ਤਾਂ ਵੱਡੇ ਵੱਡੇ ਜਿਹੜੇ ਅਪਮਾਨੀ ਦੇਵਤੇ ਉਹ ਵੀ ਸਦਾ ਦੇ ਲਈ ਚੱਲਦੇ ਹਨ। ਪੈ ਵਿੱਚ ਪਵਨ ਵੈ ਸੁਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੈ ਗਾਰ, ਪੈ ਵਿੱਚ ਧਰਤੀ ਦਬੀ ਪਾਰ। ਪਤਾ ਨਹੀਂ ਗੁਰੂ ਬਾਬਾ ਜੀ ਨੇ ਆਪਣੀ ਤਾਕਤ ਸ਼ਕਤੀ ਦੁਆਰਾ ਇਤਨੇ ਦੇਵੀ ਦੇਵਤੇ ਦੁਨੀਆ ਦੇ ਵਿੱਚ ਪੈਦਾ ਕੀਤੇ ਨੇ ਨਾ, ਉਹਨਾਂ ਦੀ 33 ਕਰੋੜੀ ਹੈ ਖੇਲ ਖਾਨਾ। ਪਤਾ ਨਹੀਂ ਕਿਤਨੇ ਦੇਵੀ ਦੇਵਤੇ ਆਪ ਹੀ ਗੁਰੂ ਬਾਬਾ ਜੀ ਉਹਨਾਂ ਨੂੰ ਸਾਜਣ ਵਾਲੇ ਨੇ। ਫਿਰ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਬਾਰ-ਬਾਰ ਮੱਥਾ ਹੀ ਟੇਕਣਾ ਹੈ। ਤੇ ਛਿਨ ਸ੍ਰੀ ਚੰਡੀ ਕੇ ਸਾਥਾ। ਉਸ ਸਮੇਂ ਸਤਿਗੁਰੂ ਜੀ ਫਿਰ ਇਸ ਚੰਡੀ ਨੂੰ ਆਪ ਹੁਕਮ ਕਰਕੇ ਪੁੱਛਣ ਲੱਗੇ ਹਨ। ਬਚਨ ਭਨਿਓ ਇਸ ਵਿਦ ਜਗਨਾਥਾ। ਜਗਤ ਦੇ ਮਾਲਕ ਸਤਿਗੁਰੂ ਜੀ ਨੇ ਜਦੋਂ ਦੇਖਿਆ ਵਿਚਾਰਾ ਗੌਰਜਾ ਦੀ ਚੰਡੀ ਦੀ ਸੇਵਾ ਕਰਨ ਵਾਲਾ ਬੰਗਾਲ ਦਾ ਰਾਜਾ, ਉਹਦਾ ਇਹਨੇ ਆ ਕੇ ਤੜ ਦੇ ਨਾਲੋਂ ਸਿਰ ਕੱਟ ਦਿੱਤਾ। ਸੇਵਾ ਕਰਨ ਦਾ ਫਿਰ ਫਾਇਦਾ ਕੀ ਹੋਇਆ? ਸਤਿਗੁਰੂ ਜੀ ਫਿਰ ਆਪ ਇਸ ਨੂੰ ਪੁੱਛਣ ਲੱਗੇ ਹਨ। ਭੂਪਤ ਸੇਵਕ ਹੋਤੋ ਤੁਮਾਰਾ। ਇਹ ਚੰਡਕਾ ਹੀ ਰਾਜਾ ਬਾਦਸ਼ਾਹ, ਇਹ ਤਾਂ ਤੇਰੇ ਚਰਨਾਂ ਦਾ ਨਾ ਬੜਾ ਸ਼ਰਧਾਲੂ ਪ੍ਰੇਮੀ ਬਣਿਆ ਹੋਇਆ ਬੜੇ ਲੰਮੇ ਸਮੇਂ ਤੋਂ। ਬਾਲੇ ਕੋ ਬਚਾਈ ਸੋ ਮਾਰਾ। ਪਰ ਤੈਂ ਸਾਡੇ ਸੇਵਕ ਭਾਈ ਬਾਲਾ ਜੀ ਨੂੰ ਬਚਾ ਕੇ ਉਲਟਾ ਉਹਦੀ ਗਰਦਨ ਦੇ ਉੱਪਰ ਆ ਕੇ ਤਲਵਾਰ ਚਲਾਤੀ। ਤਿਨ ਪ੍ਰਸੰਨ ਕੀ ਕੀਨੀ ਰੀਤਾ। ਇਸ ਨੇ ਤਾਂ ਤੈਨੂੰ ਖੁਸ਼ ਕਰਨ ਦੇ ਲਿਆ ਸਾਡੇ ਸੇਵਕ ਦਾਸ ਭਾਈ ਬਾਲਾ ਜੀ ਨੂੰ ਨਾ ਧੱਕੇ ਦੇ ਨਾਲ ਹੀ ਰਾਹ ਦੇ ਵਿੱਚੋਂ ਪਕੜ ਲਿਆ। ਵੀ ਬਲੀ ਦੇ ਕੇ ਆਪਾਂ ਕਾਲਕਾ ਗੌਰਜਾ ਚੰਡੀ ਦੀ ਜਿਹੜੀ ਬੜੀ ਖੁਸ਼ੀ
ਪ੍ਰਾਪਤ ਕਰ ਲੈਣੀ ਹੈ। ਕ੍ਰੋਧ ਭਰੀ ਕਿਉ ਕੀਏ ਵਿਪਰੀਤਾ। ਸਤਿਗੁਰੂ ਜੀ ਕਹਿ ਲੱਗੇ ਵੀ ਇਹ ਤਾਂ ਗੁੱਸੇ ਦੇ ਸਹਿਤ ਹੋ ਕੇ ਤਾਂ ਉਲਟੀ ਜੀ ਗੱਲ ਕਰਕੇ ਦਿਖਾ ਦਿੱਤੀਆਂ ਨਾ, ਸਾਰੀ ਪਬਲਿਕ ਦੇ ਸਾਹਮਣੇ ਹੀ। ਤਬ ਸ਼੍ਰੀ ਚੰਡੀ ਬਚਨ ਉਚਾਰੀ। ਹੁਣ ਜਿਹੜੀ ਚੰਡੀ ਕਾਲਕਾ ਇਹ ਵੀ ਦੋਵੇਂ ਹੱਥ ਜੋੜਦੇ ਹੋਏ ਆ ਗੁਰੂ ਬਾਬਾ ਜੀ ਦੇ ਅੱਗੇ ਬੇਨਤੀਆਂ ਕਰਨ ਲੱਗ ਪਈ ਹੈ। ਤੂੰ ਕਹੀਆ ਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਸ਼ ਪਾਨੀ। ਜਿਹੜੀ ਦੇਵੀ ਨੂੰ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਝਾੜੂ ਲਾਉਂਦੇ ਹੋਇਆ ਬਾਬਾ ਲਹਿਣਾ ਜੀ ਹੈਰਾਨ ਹੋ ਗਏ ਵੀ ਮੈਂ ਤਾਂ ਉਹਦੀ ਯਾਤਰਾ ਕਰਨ ਵਾਸਤੇ ਜਾਣਾ ਤੇਰੀ ਦੂਰ ਤੇ, ਇਹ ਹੁਣ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਉੱਪਰ ਕਿਵੇਂ ਝਾੜੂ ਫੇਰ ਰਹੀ ਹੈ। ਤਾਂ ਦੇਵੀ ਦੇਵਤੇ ਸਾਰੇ ਸਦਾ ਵਾਸਤੇ ਗੁਰੂ ਬਾਬਾ ਜੀ ਦੀ ਆਗਿਆ ਦੇ ਵਿੱਚ ਹੀ ਚੱਲਦੇ ਰਹਿੰਦੇ ਹਨ। ਸੁਨ ਸ਼੍ਰੀ ਨਾਨਕ ਸ਼ਰਉਣ ਮਰਜਮ ਜਾਰੀ। ਜਦੋਂ ਐਸੇ ਵਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚੰਡਕਾ ਗੌਰਜਾਂ ਨੇ ਕੰਨਾਂ ਦੇ ਨਾਲ ਸੁਣ ਲਏ ਹਨ। ਜੇ ਹਰ ਜਾਨਾ ਪਰਮੇਸ਼ਵਰ ਪਿਆਰੀ। ਕਹਿ ਲੱਗੀ ਸੱਚੇ ਪਾਤਸ਼ਾਹ ਵੀ ਜਿਹੜੇ ਹੁਣ ਭਾਈ ਬਾਲਾ ਜੀ ਤਾਂ ਆਪ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ, ਇਹਦੀ ਕੋਈ ਵਡਿਆਈ ਤਾਰੀਫ ਸ਼ੋਭਾ ਮੇਰੇ ਤੋਂ ਕਹੀ ਨਹੀਂ ਜਾ ਸਕਦੀ। ਵੀ ਪਤਾ ਨਹੀਂ ਇਹਨੇ ਕਿਤਨਾ ਜਨਮਾਂ ਦੀ ਘਾਲਣਾ ਕਾਲੀ ਹੈ ਤਾਂ ਇਹਨੂੰ ਆਪ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਪਰ ਜਿਹੜੇ ਹੋਰ ਇਹੋ ਜਿਹੇ ਰੱਬ ਦੇ ਪਿਆਰੇ ਪ੍ਰਭੂ ਦੀ ਬੰਦਗੀ ਜਾਂ ਸਿਮਰਨ ਕਰਨ ਵਾਲੇ ਉਹਦੇ ਸੇਵਕ ਦਾਸ ਬਣ ਜਾਂਦੇ ਹਨ। ਰੱਖਿਆ ਕਰਹੁ ਸੰਜ ਸਕਾਰੀ। ਉਹਨਾਂ ਦੀ ਤਾਂ ਮੈਂ ਆਪ ਸਵੇਰੇ ਸ਼ਾਮ ਜਾ ਕਰਕੇ ਬੜੀ ਰੱਖਿਆ ਕਰਦੀਆਂ ਵੀ ਕੋਈ ਇਹਨਾਂ ਨੂੰ ਦੁੱਖ, ਇਹਨਾਂ ਨੂੰ ਕੋਈ ਤਕਲੀਫ ਨਾ ਦੇਵੇ। ਜਿਹੜੇ ਐਸੇ ਪ੍ਰਭੂ ਦੇ ਚਰਨਾਂ ਦੇ ਸੇਵਕ ਕਮਾਈਆਂ ਕਰਨ ਵਾਲੇ ਬਣੇ ਹੋਏ ਹਨ। ਜੇ ਮਤ ਮੰਦ ਤਿਨਹੁ ਦੁਖ ਦੇਹੀ। ਅਗਰ ਕੋਈ ਦੋਟ ਪਾਪੀ ਮੰਦੀ ਵਾਲਾ ਮੱਦ ਵਾਲਾ ਉਹਨਾਂ ਨੂੰ ਕੋਈ ਦੁੱਖ ਜਾਂ ਫਿਰ ਕਸ਼ਟ ਦੇਣ ਦਾ ਯਤਨ ਵੀ ਕਰਦਾ ਤੇ ਮਾਰੋ ਮੇਰੀ ਮਤ ਇਹੀ। ਕਹਿ ਲੱਗੀ ਗੌਰ ਜਾਂ ਚੰਡਕਾ ਵੀ ਮੈਂ ਤਾਂ ਇਹ ਬਸ ਇੱਕ ਤਰ੍ਹਾਂ ਦੀ ਬੁੱਧੀ ਧਾਰਨ ਕੀਤੀ ਹੋਈ ਹੈ। ਮੈਂ ਕਦੇ ਭਗਤਾਂ ਦੇ ਦੁੱਖਾਂ ਨੂੰ, ਉਹਨਾਂ ਦੀਆਂ ਤਕਲੀਫਾਂ ਨੂੰ ਅੱਖਾਂ ਦੇ ਨਾਲ ਨਹੀਂ ਦੇਖ ਸਕਦੀਆਂ। ਇਹ ਭੋਪਤ ਮੰਦ ਮਤ ਮੰਦ ਕੁਚਾਰੀ। ਸੱਚੇ ਪਾਤਸ਼ਾਹ ਇਸ ਮੰਦੀ ਮਤ ਵਾਲੇ ਰਾਜੇ ਨੇ ਕਿਉਂ ਜੀ ਖੋਟੀ ਵਿਚਾਰ ਮਨ ਦੇ ਵਿੱਚ ਧਾਰਨ ਕਰਦੇ ਆਪਦੇ ਸੇਵਕ ਨੂੰ ਧੱਕੇ ਦੇ ਨਾਲ ਹੀ ਫੜ ਲਿਆ। ਮਾਰਨ ਆਨਿਓ ਸੰਤ ਅਗਾਰੀ। ਇੱਕ ਮਹਾਂਪੁਰਖ ਰੱਬ ਦੇ ਪਿਆਰੇ ਨੂੰ ਲਿਆ ਕਰਕੇ ਮੇਰੇ ਅੱਗੇ ਭਲੀ ਚੜਾਉਣੀ ਚਾਹੁੰਦੇ ਸਨ। ਕਿਉ ਕ੍ਰੋਧ ਜਾਂਤੀ ਮੈਂ ਮਾਰਾ। ਇਸੇ ਕਰਕੇ ਮੇਰੇ ਮਨ ਦੇ ਵਿੱਚ ਬੜਾ ਗੁੱਸਾ, ਬੜਾ ਕ੍ਰੋਧ ਜਦੋਂ ਜਾਗਿਆ, ਉਸੇ ਦਾ ਹੀ ਮੈਂ ਫਿਰ ਲੈ ਕਰਕੇ ਤਲਵਾਰ ਸਿਰ ਕੱਟ ਦਿੱਤਾ ਹੈ। ਮਰਤ ਸੰਤ ਕੋ ਤੁਰਤ ਉਬਾਰਾ। ਜਿਹੜਾ ਸੀ ਸੰਤ ਭਗਤ ਮਹਾਂਪੁਰਖ ਉਹਨੂੰ ਮਰਦੇ ਹੋਏ ਨੂੰ ਮੈਂ ਆਪ ਆ ਕੇ ਖੁਦ ਬਚਾਇਆ। ਹੱਸ ਕਹਿ ਲੋਪ ਭਈ ਤਬ ਦੇਵੀ। ਇਉਂ ਗੱਲਾਂ ਬਾਤਾਂ ਕਰਦਿਆਂ ਹੋਇਆ ਜਿਹੜੀ ਗੌਰਜ ਹੈ ਚੰਡਕਾ ਭਵਨ ਦੇ ਵਿੱਚ ਹੀ ਅਲੋਪ ਹੋ ਗਈ ਹੈ। ਜਗ ਮਾਤਾ ਈਸ਼ਵਰੀ ਅਪੇਵੀ। ਜੋ ਈਸ਼ਵਰ ਦੀ ਸ਼ਕਤੀ ਜਿਹਦਾ ਕੋਈ ਭੇਵ ਨਹੀਂ ਪਾ ਸਕਦਾ, ਜਿਸ ਨੂੰ ਲੋਕ ਅਨੇਕਾਂ ਹੀ ਨਾਮਾਂ ਦੇ ਨਾਲ ਸਦਾਬਾਦ ਤੇ ਜਵਾਨ ਤੋਂ ਹੁਣ ਵੀ ਯਾਦ ਕਰਦੇ ਰਹਿੰਦੇ ਹਨ। ਵੱਡਿਓ ਨਗਰ ਮੈਂ ਸ਼ੋਕ ਅਪਾਰੀ। ਇਹ ਦੇਖਦਿਆਂ ਹੋਇਆਂ ਸਾਰੇ ਨਗਰ ਦੇ ਵਿੱਚ ਥਾਂ ਥਾਂ ਤੇ ਬੜਾ ਸ਼ੋਕ, ਬੜਾ ਗਮ ਫੈਲ ਗਿਆ ਚਾਰੇ ਪਾਸੇ। ਠੌਰ ਠੌਰ ਰੋਵਹਿ ਨਰ ਨਾਰੀ। ਥਾਂ ਪਰ ਥਾਂ ਪਬਲਿਕ ਦੇ ਲੋਕ ਉੱਚੀ ਉੱਚੀ ਧਾਂ ਮਾਰ ਕੇ ਰੋਣ ਲੱਗ ਵੀ ਸਾਡਾ
ਮਾਲਕ ਬਾਦਸ਼ਾਹੀ ਗੌਰਜਾ ਨੇ ਹਾਂ ਕਰਕੇ ਖਤਮ ਕਰ ਦਿੱਤਾ ਵਿਚਾਰਾ। ਕਿਏ ਵਿਚਾਰ ਜੇ ਹੁੱਤੇ ਸਿਆਣੇ, ਪਰ ਜਿਹੜੇ ਸੀ ਕੁਝਕ ਧੀਰਗਦਰਸ਼ੀ ਸ੍ਰੇਸ਼ਟ ਬੁੱਧੀ ਨੂੰ ਧਾਰਨ ਕਰਨ ਵਾਲੇ, ਉਹਨਾਂ ਨੇ ਇਹ ਮਨ ਦੇ ਵਿੱਚ ਸੋਚਣਾ ਕੀਤੀ ਹੈ ਗਹੇ ਜੋ ਕਲਾਵਾਨ ਮਨ ਜਾਣੇ। ਜਾਂ ਜਿਹੜਾ ਹੈ ਤਿੰਨ ਫਕੀਰ, ਉਹਨਾਂ ਦੇ ਵਿੱਚੋਂ ਇੱਕੋ ਨਾ ਬਾਦਸ਼ਾਹ ਪਕੜ ਕਰਕੇ ਲਿਆਇਆ ਸੀ ਧੱਕੇ ਦੇ ਨਾਲ ਹੀ। ਇਉਂ ਲੱਗਦਾ ਵੀ ਤਾਂ ਕੋਈ ਬੜੀਆਂ ਕਰਾਮਾਤਾਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਿਆਂ ਨੂੰ ਦੇਖੋ, ਚੰਡੀ ਨੇ ਆਪਣੇ ਸੇਵਕ ਦੀ ਲਿਆਦ ਨਹੀਂ ਕੀਤੀ, ਉਹਦਾ ਸਿਰ ਕੱਟਤਾ। ਤੇ ਜਿਹੜੇ ਤਿੰਨ ਫਕੀਰਾਂ ਦੇ ਵਿੱਚੋਂ ਇੱਕ ਜਣਾ ਪਕੜਿਆ ਹੋਇਆ, ਉਹਨੂੰ ਤੱਤੀਵਾ ਵੀ ਨਹੀਂ ਲੱਗਣ ਦਿੱਤੀ ਹੈ। ਆਏ ਸਭ ਹੀ ਤਬ ਧਰ ਪਾਓ। ਉਸੇ ਵਕਤ ਇਉਂ ਮਨ ਦੇ ਅੰਦਰ ਵਿਚਾਰਾ ਕਰਦਿਆਂ ਹੋਇਆਂ ਜਿਹੜੇ ਨੇ ਸ੍ਰੇਸ਼ਟ ਬੁੱਧ ਨੂੰ ਧਾਰਨ ਕਰਨ ਵਾਲੇ, ਉਹ ਗੁਰੂ ਬਾਬਾ ਜੀ ਦੇ ਪਾਸ ਚੱਲ ਕੇ ਪਹੁੰਚ ਕੇ ਬਾਰ-ਬਾਰ ਚਰਨਾਂ 'ਤੇ ਮੱਥਾ ਟੇਕਿਆ। ਸ੍ਰੀ ਗੁਰ ਕੋ ਲਖ ਲੀਨ ਪ੍ਰਭਾਓ। ਗੁਰੂ ਬਾਬਾ ਜੀ ਦਾ ਇਹਨਾਂ ਸਾਰਿਆਂ ਨੇ ਮਨ ਦੇ ਵਿੱਚ ਬੜਾ ਤੇਜ ਪ੍ਰਤਾਪ ਜਾਣ ਲਿਆ। ਨਿਰਪ ਸੁਤ ਠਾਂਡੋ ਆਈ ਅਗਾਰੀ। ਜਿਹੜਾ ਸੀ ਬਾਦਸ਼ਾਹ ਦਾ ਸਹਿਜਾਦਾ, ਉਹ ਵੀ ਵਿਚਾਰਾ ਕੰਮਦਾ ਗੁਰੂ ਬਾਬਾ ਜੀ ਦੇ ਪਾਸ ਆ ਕਰਕੇ ਹਾਜ਼ਰ ਹੋ ਗਿਆ। ਕਰ ਕੇ ਬੰਧਨ ਬਿਨੈ ਉਚਾਰੀ। ਇਹ ਵੀ ਵਿਚਾਰਾ ਚਰਨਾਂ 'ਤੇ ਨਮਸਕਾਰ ਕਰਕੇ ਪੈਰ ਬਾਰ-ਬਾਰ ਆਪਣੇ ਵੱਲੋਂ ਬੇਨਤੀਆਂ ਕਰਨ ਲੱਗ ਪਿਆ ਗੁਰੂ ਬਾਬਾ ਜੀ ਦੇ ਚਰਨਾਂ 'ਚ। ਕਰੋ ਛਿਮਾ ਅਪਰਾਧ ਹਮਾਰਾ। ਐ ਫਕੀਰ ਸਾਈਂ, ਸਾਨੂੰ ਨਹੀਂ ਸੀ ਪਤਾ ਵੀ ਆਪ ਦੇ ਅੰਦਰ ਇਤਨੀਆਂ ਤਾਕਤਾਂ ਸ਼ਕਤੀਆਂ ਪਾਈਆਂ ਜਾਂਦੀਆਂ ਹਨ। ਜਿਹੜੀ ਗਲਤੀ ਪਲ ਅਣਜਾਣਪਣੇ ਦੇ ਵਿੱਚ ਮੇਰੇ ਪਿਤਾ ਨੇ ਕਰ ਲਈ, ਉਹ ਸਾਡੀ ਮਾਫ ਕਰ ਦਿਓ। ਹਮ ਨਹਿ ਜਾਣਿਓ ਭੇਦ ਤੁਮਾਰਾ। ਹੁਣ ਆਪ ਦਾ ਪੇਤ ਦਾ ਵੱਡੇ ਦੇਵੀ ਦੇਵਤੇ ਉਹ ਨਹੀਂ ਜਾਣ ਸਕਦੇ। ਸਾਡੇ ਵਰਗੇ ਕਲਯੁਗੀ ਜੀਵਾਂ ਦੀ ਤਾਂ ਗਿਣਤੀ ਕੀ ਕਰਨੀ ਹੈ। ਸਿੱਖ ਆਪਣੇ ਹਮਹਿ ਕਰੀਜੈ। ਸਹਿਜਾਦਾ ਮਹਾਰਾਜ ਦੇ ਅੱਗੇ ਹੱਥ ਜੋੜਨ ਲੱਗ ਪਿਆ ਬਾਰ-ਬਾਰ। ਸੱਚੇ ਪਾਤਸ਼ਾਹ, ਬਸ ਅਸੀਂ ਤਾਂ ਹੁਣ ਆਪ ਦੇ ਚਰਨਾਂ ਦੇ ਨਾ ਸਦਾ ਦੇ ਲਈ ਸੇਵਕ ਦਾਸ ਬਣ ਜਾਣਾ ਹੈ। ਅਭੈ ਦਾਨ ਸਭ ਹਿਨ ਕੋ ਦੀਜੈ। ਆਪ ਦੀ ਕਿਰਪਾ ਦੁਆਰਾ ਸਾਨੂੰ ਅਭੈਤਾ ਦਾ ਦਾਨ ਬਖਸ਼ਣਾ ਕਰੋ। ਸੁਣਤ ਬਿਨੈ ਹਵੈ ਗਏ ਕਿਰਪਾਲਾ। ਅਰਦਾਸਾਂ ਬੇਨਤੀਆਂ ਸੁਣ ਕੇ ਗੁਰੂ ਬਾਬਾ ਜੀ ਦੇ ਮਨ ਦੇ ਵਿੱਚ ਬੜਾ ਰਹਿਮ, ਬੜਾ ਤਰਸ ਭਰ ਗਿਆ ਹੈ। ਆਪਨ ਦਿਆ ਉਪਦੇਸ਼ ਵਿਸਾਲਾ। ਉਸੇ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਕੌਤਕੀ ਇਸੇ ਵਾਸਤੇ ਵੱਡੇ ਇਲਾਕਿਆਂ 'ਚ ਵਰਤਾਇਆ ਕਰਦੇ ਸੀ। ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਭੁੱਲੇ ਪੜ ਕੇ ਜੀਵਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਦਿੰਦਾ। ਦੇ ਲਿਆ ਵੀ ਹੁਣ ਇਹਨਾਂ ਦੇ ਖਿਆਲ ਬਿਲਕੁਲ ਉਲਟ ਚੁੱਕੇ ਹਨ। ਉਸੇ ਬਾਤ ਗੁਰੂ ਬਾਬਾ ਜੀ ਨੇ ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦੜਾਇਆ। ਕਲਯੁਗ ਦਾ ਸਾਰਿਆਂ ਨਾਲੋਂ ਸੌਖਾ ਸਾਧਨ ਕੀ ਹੈ? ਕਲਯੁਗ ਨਾਨਕ ਨਾਮ ਸੁਖਾਲਾ। ਇਹਨਾਂ ਪਾਲੇ ਪ੍ਰਾਣੀਆਂ ਨੂੰ ਉਸੇ ਵਕਤ ਗੁਰੂ ਬਾਬਾ ਜੀ ਨੇ ਫਿਰ ਭਗਵਾਨ ਦਾ ਜਿਹੜਾ ਨਾਮ ਹੈ ਉਹਦੇ ਨਾਲ ਜੋੜਤਾ। ਸਤਨਾਮ ਕੋ ਸਿਮਰਨ ਕਰਨੋ। ਗੁਰੂ ਬਾਬਾ ਜੀ ਕਹਿਣ ਲੱਗੇ, ਭਾਈ ਅਗਰ ਦੋਵੇਂ ਲੋਕਾਂ ਦੇ ਵਿੱਚ ਸੁੱਖ ਪ੍ਰਾਪਤ ਕਰਨੇ ਨੇ ਫਿਰ ਤੁਹਾਨੂੰ ਸਿਮਰਨ ਕਰਨਾ ਹੀ ਪਏਗਾ। ਸੰਤ ਸੇਵ ਮਹਿ ਹਿਤ ਔਰ ਧਰਨੋ। ਜੇਕਰ ਤੁਸੀਂ ਰੱਬ ਦੇ ਪਿਆਰੇ ਆ, ਮਹਾਂਪੁਰਖਾਂ ਔਰ ਜਿਹੜੇ ਨੇ ਖੁਦਾ ਦੇ ਆਰਫ ਲੋਕ, ਉਹਨਾਂ ਦੀ ਕਿਤੇ ਸੇਵਾ ਕਰਨ ਲੱਗ ਜਾਓ ਫਿਰ ਤਾਂ ਤੁਹਾਨੂੰ ਕਿਸੇ
ਵਸਤੂ ਦਾ ਘਾਟਾ ਨਹੀਂ ਰਹਿਣਾ ਹੈ। ਭੂਪਤ ਦਾਹੋ ਬਹੁਰ ਕਰਵਾਇਓ। ਉਹ ਸਮੇਂ ਪਬਲਿਕ ਦੇ ਲੋਕ ਅਮੀਰਾਂ ਵਜ਼ੀਰਾਂ ਨੇ ਰਲ ਮਿਲ ਕਰਕੇ ਉਸ ਬਾਦਸ਼ਾਹ ਦਾ ਜਿਹੜਾ ਸਰੀਰ ਹੈ ਉਹਦਾ ਸੰਸਕਾਰ ਕਰ ਦਿੱਤਾ ਹੈ। ਸਿੰਘਾਸਨ ਨਿਰਪ ਸੁਤ ਬੈਠਾਇਓ। ਹੁਣ ਸਿੰਘਾਸਣ ਦੇ ਉੱਪਰ ਸਤਿਗੁਰੂ ਜੀ ਨੇ ਜਿਹੜਾ ਸੀ ਉਹਦਾ ਸਹਿਜਾਦਾ ਉਹਨੂੰ ਬਿਠਾ ਦਿੱਤਾ ਸੀ। ਦੋਹਰਾ ਨਾਮ ਧਰਮ ਜਸ ਰਾਖਿਓ। ਰਾਜ ਤਿਲਕ ਕੋ ਦੀ। ਪਹਿਲਾਂ ਗੁਰੂ ਬਾਬਾ ਜੀ ਨੇ ਉਹਨੂੰ ਰਾਜ ਤਿਲਕ ਦੇ ਕਰਕੇ ਫਿਰ ਨਾਮ ਧਰਮ ਜਸ ਰਾਖਿਓ। ਉਹਦਾ ਜਿਹੜਾ ਨਾਮ ਵੀ ਸਤਿਗੁਰਾਂ ਨੇ ਧਰਮ ਜਸ ਆਪਣੇ ਵੱਲੋਂ ਰੱਖ ਦਿੱਤਾ ਹੈ। ਰਾਜ ਤਿਲਕ ਕੋ ਦੀ। ਤਿਲਕ ਦੇ ਕਰਕੇ ਰਾਜ ਭਾਗ ਸਾਰਾ ਹੀ ਉਹਦੇ ਹਵਾਲੇ ਕਰ ਦਿੱਤਾ ਸੀ। ਸੁੰਦਰ ਧਰਮਸ਼ਾਲਾ ਰਚੀ ਕੀਰਤ ਤਹਾਂ ਕਰੀ। ਸਤਿਗੁਰੂ ਜੀ ਦਾ ਪਾ ਕੇ ਹੁਕਮ ਬਾਦਸ਼ਾਹ ਨੇ ਆਪਣੇ ਇਲਾਕੇ 'ਚ ਬੜੀ ਸੁੰਦਰ ਜਿਹੜੀ ਧਰਮਸ਼ਾਲਾ ਤਿਆਰ ਕਰਵਾ ਦਿੱਤੀ ਸੀ। ਬੰਗਾਲ ਦੇ ਇਹ ਇਲਾਕੇ ਦੇ ਵਿੱਚ ਅੱਜ ਕੱਲ੍ਹ ਵੀ ਕਹਿੰਦੇ ਬੜਾ ਉਹ ਜੰਤਰਾਂ ਮੰਤਰਾਂ ਟੋਣੇ ਟਾਮਣਾ ਦਾ ਜ਼ੋਰ ਹੈ। ਉੱਥੇ ਪਾਲੇ ਲੋਕ ਦੇਵੀ ਦੀ ਔਰ ਚੰਡਕਾ ਦੀ ਗੌਰਜਾ ਦੀ ਜਿਹੜੀ ਸਦੀਆਂ ਤੋਂ ਪੂਜਾ ਕਰਦੇ ਆ ਰਹੇ ਸੀ ਪੀੜ੍ਹੀ ਦਰ ਪੀੜ੍ਹੀ। ਜਿਵੇਂ ਬਜ਼ੁਰਗ ਬੱਚੇ ਵੀ ਫਿਰ ਉਸੇ ਰਸਤੇ ਹੀ ਤੁਰ ਪੈਂਦੇ ਹਨ। ਜਿਹੜਾ ਹੈ ਪਹਾੜੀ ਇਲਾਕਾ ਕਈ ਥਾਵਾਂ 'ਤੇ ਉਹ ਜਿਹੇ ਵੱਡੇ ਵੱਡੇ ਸਥਾਨ ਅੱਜ ਵੀ ਦੇਵੀਆਂ ਦੇ ਬਣੇ ਹੋਏ ਨੇ, ਜਿੱਥੇ ਦੂਰੋਂ ਜਿਨ੍ਹਾਂ ਦੇ ਮਨ ਦੇ ਵਿੱਚ ਹੈ ਸੀ ਕੋਈ ਸ਼ਰਧਾ ਭਾਵਨਾ ਕਾਂਗੜਾ ਹੈ ਪਹਾੜੀ ਇਲਾਕੇ 'ਚ, ਉਹਨਾਂ ਭਵਨਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਨ। ਤਕਲੀਫ ਜਿੰਨੇ ਮਰਜ਼ੀ ਚੱਲਣੀ ਪੈ ਜਾਏ, ਆਪੋ ਆਪਣੀ ਭਾਵਨਾ ਸ਼ਰਧਾ ਹੈ। ਉਸ ਸਮੇਂ ਗੁਰੂ ਬਾਬਾ ਜੀ ਨੇ ਇਸ ਨੂੰ ਰਾਜ ਤਿਲਕ ਕਰ ਦਿੱਤਾ ਸੀ। ਸਬਈਆ ਮਨ ਨੀਵ ਸਦੀਬ ਰੱਖੋ ਆਪਣਾ। ਇਹ ਫਿਰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। ਜਿਹੜਾ ਸਹਿਜਾਦਾ ਰਾਜ ਭਾਗ ਦਾ ਮਾਲਕ ਬਣਿਆ ਵੀ ਜੇ ਤੂੰ ਮਨ ਦੇ ਵਿੱਚ ਨਿਮਰਤਾ ਗਰੀਬੀ ਧਾਰਨ ਕਰਕੇ ਰੱਖੇਗਾ। ਜਿਹੜੀ ਨਿਮਰਤਾ ਗਰੀਬੀ ਇਹ ਕਹਿੰਦੇ ਰੱਬ ਦੇ ਪਿਆਰਿਆਂ ਦਾ ਇੱਕ ਬਹੁਤ ਸੋਹਣਾ ਜਿਹੜਾ ਗਹਿਣਾ ਹੋਇਆ ਕਰਦਾ ਹੈ। ਤੁਲਸੀ ਲੈਣੇ ਕੋ ਹਰ ਨਾਮ ਹੈ, ਦੇਣੇ ਕੋ ਅਨਦਾਨ, ਧਰਨੇ ਕੋ ਨਿਰਮਾਨਤਾ। ਅਗਰ ਕਿਸੇ ਨੇ ਸੰਸਾਰ ਸਾਗਰ ਨੂੰ ਤਰਨਾ ਫਿਰ ਕੀ ਕੋਣਾ ਤਾਰਨ ਕਰਨਾ ਪਏਗਾ ਨਾ ਮਨ ਦੇ ਅੰਦਰ। ਤਰਨੇ ਕੋ ਨਿਰਮਾਨਤਾ ਨਿਮਰਤਾ ਗਰੀਬੀ, ਡੂਬਨ ਕੋ ਅਪਮਾਨ। ਜੇ ਕੋਈ ਐਸ ਸੰਸਾਰ ਦੇ ਵਿੱਚ ਉਸੇ ਤਰ੍ਹਾਂ ਜਨਮ ਮਰਨ ਦੇ ਚੱਕਰਾਂ 'ਚ ਗੋਤੇ ਖਾਣਾ ਚਾਹੁੰਦਾ ਹੈ, ਉਹਨੂੰ ਫਿਰ ਡੂਬਨ ਕੋ ਅਪਮਾਨ ਹੰਕਾਰੀ ਮਾਨੀ ਤਾਂ ਕਹਿੰਦੇ ਹਮੇਸ਼ਾ ਵਾਸਤੇ ਫਿਰ ਡੁੱਬਿਆ ਹੀ ਕਰਦੇ ਹਨ। ਸਤਨਾਮ ਨਿਰੰਤਰ ਹੀ ਲਿਵ ਲਾਭੋ। ਨਿਰੰਤਰ ਹੀ ਲਿਵ ਲਾਵੋ। ਜਦੋਂ ਤੈ ਤੇਲ ਧਾਰਾਵਤ ਸਦਾ ਦੇ ਲਈ ਪ੍ਰਭੂ ਦੇ ਨਾਮ ਦੇ ਨਾਲ ਆਪਣੀ ਜਿਹੜੀ ਲਿਵ ਜੋੜ ਲੈਣੀ ਹੈ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ। ਅੰਮ੍ਰਿਤ ਵੇਲੇ ਜਾ ਕਰਕੇ ਜਦੋਂ ਕਰੇਗਾ ਇਸ਼ਨਾਨ, ਜੋ ਇੱਕ ਗੁਰਸਿੱਖ ਦਾ ਇਹ ਨਿਤ ਕਰਮ ਮੰਨਿਆ ਗਿਆ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨ ਬੰਦਾ, ਗੁਰ ਕੈ ਵਚਨ ਉਚਾਰ ਕੇ ਧਰਮਸਾਲ ਦੀ ਸਾਰ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣੰਦਾ। ਐਸੇ ਗੁਣ ਤਾਂ ਭਾਵੇਂ ਕਿਸੇ ਕਿਸੇ ਦੇ ਅੰਦਰ ਹੀ ਪੈਦਾ ਹੋਇਆ ਕਰਦੇ ਹਨ, ਪਰ ਗੁਰੂ ਬਾਬਾ ਜੀ ਨੇ ਇਹ ਮਰਜ਼ਾਦਾ ਉਸ ਵਕਤ ਇਸ ਸਹਿਜਾਦੇ ਨੂੰ ਧਾਰਨ ਕਰਵਾਈ। ਜਿਹੜੇ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ ਕੀਤੇ ਹੋਏ ਹਨ। ਪਾਓ ਭਗਤ
ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦਿੜਾਇਆ। ਸਤਿਗੁਰੂ ਜੀ ਨੇ ਹੁਕਮ ਕੀਤਾ, ਬੇਟਾ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਜਾ ਕਰਕੇ ਜ਼ਰੂਰ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਨ ਤੋਂ ਇਹ ਨਹੀਂ ਵੀ ਪੌ ਮਾਘ ਦੇ ਮਹੀਨੇ ਦੇ ਵਿੱਚ ਲੈ ਕਰਕੇ ਮੋਟੀ ਜੀ ਰਜ਼ਾਈ ਸੌਂ ਗਿਆ, ਨਹੀਂ। ਅੱਗੇ ਫਿਰ ਸਤਿਗੁਰੂ ਜੀ ਨੇ ਨਾਮ ਜਪਣ ਵਾਸਤੇ ਵਿਸ਼ੇਸ਼ ਤੌਰ 'ਤੇ ਇਹਨੂੰ ਆਪਣੇ ਵੱਲੋਂ ਤਾਕੀਦ ਕੀਤੀ ਹੈ। ਪੈ ਚਿਤ ਲਾਭ ਹੋ ਕੀਰਤ ਗਾਵ ਹੋ। ਜਦੋਂ ਮਨ ਦੇ ਅੰਦਰ ਪਰਮਾਤਮਾ ਦਾ ਡਰ ਭੈ ਧਾਰਨ ਕਰਦਿਆਂ ਹੋਇਆਂ ਉਸ ਦੇ ਗੁਣਾਂ ਨੂੰ, ਉਸ ਦੀ ਕੀਰਤੀ ਨੂੰ ਸਦਾ ਦੇ ਲਈ ਗਾਉਂਦਾ ਰਹੇਗਾ। ਸਤ ਸੰਗਤ ਸੋ ਨਿਤ ਭਾਉ ਧਰੋ। ਫਿਰ ਤੇਰੇ ਮਨ ਦੇ ਵਿੱਚ ਐਸਾ ਜਿਹੜਾ ਸਾਧੂਆਂ ਦੀ ਫਕੀਰਾਂ ਦੀ ਸੰਗਤ ਦੇ ਵਿੱਚ ਆਉਣ ਵਾਲੇ ਜਿਹੜੇ ਜਗਿਆਸੂ, ਉਹਨਾਂ ਦੀ ਸੇਵਾ ਕਰਨ ਦਾ ਬੜਾ ਪ੍ਰੇਮ ਭਾਵ ਪੈਦਾ ਹੋ ਜਾਣਾ। ਤਿਨ ਸੰਗਮ ਮੈਂ ਨਿਤ ਕਾਲ ਬਿਤਾਵ ਹੋ। ਜਦੋਂ ਸਤਿਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੋਬਤ ਮਿਲ ਗਈ, ਜੈਸੀ ਸੰਗਤ ਵੈਸੀ ਰੰਗਤ, ਉਸੇ ਤਰ੍ਹਾਂ ਤੈਨੂੰ ਵੀ ਫਿਰੇ ਪ੍ਰਭੂ ਦੇ ਨਾਮ ਦਾ ਜਿਹੜਾ ਰੰਗ ਸਹਿਜੇ ਸਹਿਜੇ ਚੜ ਜਾਣਾ। ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ। ਫਿਰ ਤੈਨੂੰ ਅਭਿਆਸ ਕਰਦਿਆਂ ਕਰਦਿਆਂ ਜਿਹੜੀ ਗੁਰੂ ਬਾਬਾ ਜੀ ਦੀ ਗੁਰ ਸਿੱਖੀ ਪ੍ਰਾਪਤ ਹੋ ਜਾਣੀ ਹੈ। ਜੀ ਸਭ ਬੈਨ ਸਦੀਬ ਕਮਾਵ ਹੋ। ਜੇ ਸਭ ਬੈਣ ਮਹਾਰਾਜ ਨੇ ਇਹੋ ਜਿਹਾ ਉਪਦੇਸ਼ ਬਖਸ਼ਿਆ ਵੀ ਇਹ ਗੁਰਸਿੱਖੀ ਦੀ ਅਮੋਲਕ ਦਾਤ ਤਾਂ ਤੈਨੂੰ ਮਿਲਣੀ ਹੈ ਕਿਤੇ ਜਦੋਂ ਤੂੰ ਸਾਡੇ ਬਚਨਾਂ ਦੀ ਅੱਠੇ ਪੈਰ ਦਿਨ ਰਾਤ ਕਮਾਈ ਕਰਦਾ ਰਹੇਗਾ। ਦੋਹਰਾ ਕਿਤਕ ਦਿਵਸ ਰਹਿ ਕਰ ਤਾਹਾਂ ਭਲ ਉਪਦੇਸ਼ ਦਿਰੜਾਈ। ਸਤਿਗੁਰੂ ਜੀ ਨੇ ਕੁਝ ਕਰੋਜ ਬੰਗਾਲ ਦੇ ਇਲਾਕੇ ਦੇ ਵਿੱਚ ਰਹਿੰਦੇ ਹੋਇਆਂ ਇਹਨਾਂ ਨੂੰ ਵੀ ਐਸਾ ਜਿਹੜਾ ਸ਼ੁਭ ਉਪਦੇਸ਼ ਹਿਰਦੇ ਦੇ ਅੰਦਰ ਦ੍ਰਿੜ ਕਰਵਾ ਦਿੱਤਾ ਹੈ। ਵਿਦਾ ਹੋਏ ਗਮਨੇ ਪ੍ਰਭੂ ਆਨ ਥਾਨ ਸਤ ਭਾਈ। ਜਦੋਂ ਸਤਿਗੁਰਾਂ ਨੇ ਦੇ ਲਿਆ ਵੀ ਇਹ ਹੁਣ ਹੌਲੀ ਹੌਲੀ ਅੱਗੇ ਤੋਂ ਅੱਗੇ ਇਹਨਾਂ ਨੇ ਬੜੀ ਤਰੱਕੀ ਕਰ ਲੈਣੀ ਹੈ। ਜਿਨ੍ਹਾਂ ਨੇ ਸੁਣੇ ਬਚ ਉਹਨਾਂ ਦੇ ਮਨਾਂ ਦੇ ਉੱਪਰ ਤਾਂ ਨਾਲ ਦੀ ਨਾਲ ਬੜਾ ਗਹਿਰਾ ਅਸਰ ਹੋ ਜਾਇਆ ਕਰਦਾ ਸੀ। ਬੰਗਾਲ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਬੇਅੰਤ ਪ੍ਰਾਣੀਆਂ ਨੂੰ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਰਗੁਣ ਪ੍ਰਭੂ ਦੇ ਚਰਨਾਂ ਦੇ ਨਾਲ ਜੋੜਿਆ, ਜਿਹੜੇ ਸਦੀਆਂ ਤੋਂ ਲੈ ਕੇ ਬਸ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਹੀ ਸਦਾ ਵਾਸਤੇ ਉਲਝੇ ਰਹਿੰਦੇ ਸਨ। ਉਹਨਾਂ ਨੂੰ ਉਸ ਅਕਾਲ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ। ਮਹਿਮਾ ਨਾ ਜਾਣੇ ਭੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ ਜਾਗਤ ਜੋਤ, ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੋਲ ਨਾ ਮਾਨੈ। ਜਾਗਦੀ ਜੋਤ ਪ੍ਰਭੂ ਦੇ ਨਾਮ ਦੇ ਨਾਲ ਹੀ ਇਹਨਾਂ ਭੁੱਲੇ ਪਟਕਿਆਂ ਨੂੰ ਗੁਰੂ ਬਾਬਾ ਜੀ ਨੇ ਜੋੜਤਾ। ਚੌਪਈ ਪਹੁੰਚੇ ਰਮਕ ਖੰਡ ਗੋਸਾਈ। ਇੱਥੋਂ ਚੱਲ ਕਰਕੇ ਸਤਿਗੁਰੂ ਜੀ ਫਿਰ ਅੱਗੇ ਜਿਹੜਾ ਹੈ ਰਮਕ ਨਾਮ ਦਾ ਖੰਡ ਉਹਦੇ ਵਿੱਚ ਪ੍ਰਵੇਸ਼ ਕਰਕੇ ਪਾਈ ਬਾਲੇ ਔਰ ਮਰਦਾਨੇ ਦੇ ਸਮੇਤ ਔਰ ਸਮੀਪ ਬੈਸਤ ਭੇਜਾਈ। ਜਦੋਂ ਸਤਿਗੁਰੂ ਜੀ ਨੇ ਆਪਣੀ ਮੌਤ ਦੇ ਮੁਤਾਬਕ ਡੇਰਾ ਪਿੰਡ ਦੇ ਨੇੜੇ ਜਾ ਕਰਕੇ ਲਗਾਤਾ। ਕੇਤਕ ਮਨੁਜ ਤਹਾਂ ਚੱਲ ਆਈ। ਬਹੁਤ ਸਾਰੇ ਮਨੁੱਖ ਪ੍ਰਾਣੀ ਆਪਣੇ ਆਪ ਹੀ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਜਦੋਂ ਬੜੇ ਨੇੜੇ ਆ ਗਏ,
ਜਾਨ ਸੰਤ ਨਿਜ ਸੀਸ ਝੁਕਾਈ। ਉਹਨਾਂ ਨੇ ਬਾਣੇ ਤੋਂ ਪਹਿਰਾਵੇ ਤੋਂ ਪਹਿਚਾਣ ਕਰ ਲਈ ਵੀ ਇਹ ਤਾਂ ਕੋਈ ਐਸੇ ਨਾਮ ਰਸੀਏ ਪਰਮਾਤਮਾ ਦੇ ਭਗਤ ਸਾਧੂ ਮਹਾਤਮਾ ਸਾਨੂੰ ਲੱਗਦੇ ਨੇ ਜਿਨ੍ਹਾਂ ਨੇ ਆਪਣਾ ਆਸਣੀ ਬਾਹਰਾ ਇਕਾਂਤ ਦੇ ਵਿੱਚ ਲਗਾ ਲਿਆ। ਨਿਕਟ ਬਿਲੋਕ ਤਿਨਹਿ ਜਗਤੀਸ਼ਾ। ਜਗਤ ਦੇ ਈਸ਼ਰ ਗੁਰੂ ਬਾਬਾ ਜੀ ਨੇ ਦੇ ਲਿਆ ਵੀ ਸਾਡੇ ਹੁਣ ਬਹੁਤ ਚੱਲ ਕੇ ਨੇੜੇ ਪਹੁੰਚ ਗਏ ਆਪਣੇ ਆਪ ਹੀ। ਦੀਤ ਭਈ ਸ੍ਰੇਸ਼ਟੀ ਉਪਦੇਸ਼ਾ। ਉਹਨਾਂ ਨੂੰ ਵੀ ਐਸਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੋਕ ਔਰ ਪਰਲੋਕ ਦੇ ਸੁੱਖ ਨੂੰ ਦੇਣ ਵਾਲਾ ਉਪਦੇਸ਼ ਬਖਸ਼ਿਆ। ਸਤਨਾਮ ਸਿਮਰੋ ਦਿਨ ਰਾਤੀ। ਸਤਿਗੁਰੂ ਜੀ ਕਹਿਣ ਲੱਗੇ ਗੁਰਮੁਖੋ ਜਿਹੜਾ ਵੀ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਸਦਾ ਦੇ ਲਈ ਜਪਦਾ ਰਹਿੰਦਾ ਹੈ। ਸੰਤ ਸੇਵ ਕਰ ਪ੍ਰੀਤ ਸੁਹਾਤੀ। ਜਿਨ੍ਹਾਂ ਦੇ ਦਿਲ ਦੇ ਅੰਦਰ ਐਸੀ ਰੱਬ ਦੇ ਪਿਆਰਿਆਂ ਦੀ ਜਿਹੜੀ ਸੇਵਾ ਨਾ ਉਹ ਕਰਨ ਦੀ ਪ੍ਰੀਤੀ ਪੈਦਾ ਹੋ ਗਈ। ਕੋਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਉਹ ਫਿਰ ਕਦੇ ਵੀ ਆਪਣੇ ਨਾ ਹਿਰਦੇ ਅੰਦਰ ਜਿਹੜੀ ਹੈ ਕੂਕਰ ਦ੍ਰਿਸ਼ਟੀ ਉਹਨੂੰ ਨਹੀਂ ਧਾਰਨ ਕਰਦੇ ਹਨ ਜਿਨ੍ਹਾਂ ਦਾ ਮਨ ਸੇਵਾ ਔਰ ਭਗਤੀ ਦੇ ਵਿੱਚ ਜੋੜ ਚੁੱਕਿਆ ਹੈ। ਸ਼ੇਰ ਦ੍ਰਿਸ਼ਟ ਗੁਰਮੁਖ ਹੋਵੇ ਕਰਨੀ। ਗੁਰਮੁਖ ਜਿਹੜੇ ਰੱਬ ਦੇ ਪਿਆਰੇ ਉਹ ਫਿਰ ਹਮੇਸ਼ਾ ਦੇ ਲਈ ਜਿਹੜੀ ਹੈ ਸ਼ਹਿਰ ਦ੍ਰਿਸ਼ਟੀ ਆਪਣੇ ਅੰਦਰ ਧਾਰਨ ਕਰਕੇ ਰੱਖਦੇ ਹਨ। ਹਰਖ ਸੋਗ ਦੁਖ ਸੁਖ ਮਹਿ ਤਿਆਗੋ। ਉਹ ਫਿਰ ਅਗਰ ਕੋਈ ਐਸਾ ਕਰਮਾਂ ਦਾ ਫਲ ਜਦੋਂ ਜੀਵਨ ਦੇ ਵਿੱਚ ਕੋਈ ਖੁਸ਼ੀ ਹੈ ਗਮੀ ਹੈ ਦੁੱਖ ਹੈ ਸੁੱਖ ਹੈ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿਤਨਾ ਚਿਰ ਕਹਿੰਦੇ ਮਨੁੱਖ ਦੇ ਅੰਦਰ ਆ ਸਾਹ ਚੱਲਦੇ ਰਹਿੰਦੇ ਨੇ ਨਾ ਇਹ ਜਿਹੜੀ ਸੁੱਖਾਂ ਔਰ ਦੁੱਖਾਂ ਦੀ ਇਹ ਮਰਜ਼ਾਦਾ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ। ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਖੁਸ਼ੀ ਆ ਗਈ ਗਮੀ ਆ ਗਈ ਜੀਵਨ ਦੇ ਵਿੱਚ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਉਂਦਿਆਂ ਐਸੀ ਸ਼ਹਿਰ ਦ੍ਰਿਸ਼ਟੀ ਆਪਣੇ ਮਨ ਦੇ ਅੰਦਰ ਧਾਰਨ ਕਰ ਲਈ। ਹੁਣ ਜਿਸ ਪ੍ਰਕਾਰ ਇਹਨਾਂ ਨੇ ਸਤਿਗੁਰੂ ਜੀ ਦੇ ਕੋਲੋਂ ਇਹ ਦੋਵੇਂ ਹੱਥ ਜੋੜ ਕਰਕੇ ਪੁੱਛਣਾ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਕੋਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਸ਼ੇਰ ਦ੍ਰਿਸ਼ਟ ਗੁਰਮੁਖ ਹੋਵੇ ਕਰਨੀ। ਕੋਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਸ਼ੇਰ ਦ੍ਰਿਸ਼ਟ ਗੁਰਮੁਖ ਹੋਵੇ ਕਰਨੀ। हे ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ। हे ਪੂਰਨ हे ਸਰਬ ਮੈਂ ਦੁਖ ਦੁਖ ਭੰਜਨ ਭੰਜਨ ਗੁਣ ਤਾਰ।